ਪਿਆਰ ਭਰੀ ਤੇ ਸਤਿਕਾਰ ਭਰੀ ਜੈ ਮਸੀਹ ਦੀ ਸਾਰਿਆਂ ਦਾ ਮਸੀਹ ਯਿਸੂ ਦੀ ਪਵਿੱਤਰ ਹਜ਼ੂਰੀ ਵਿੱਚ ਸਵਾਗਤ ਕਰਦੇ ਹਾਂ। ਸਾਰਿਆਂ ਦਾ ਸਵਾਗਤ ਕਰਦੇ ਹਾਂ ਪਰਮੇਸ਼ਵਰ ਦੇ ਇਸ ਪ੍ਰੋਗਰਾਮ ਵਿੱਚ ਜਿੰਦਾ ਨਾਮ ਜੀਸਸ ਇਜ਼ ਲਾਰਡ ਕ੍ਰੀਏਟਰ ਹੈਗਾ। ਪਰਮੇਸ਼ਵਰ ਯਿਸੂ ਮਸੀਹ ਹੀ ਪ੍ਰਭੂ ਤੇ ਸਾਡੇ ਬਣਾਉਣ ਵਾਲੇ ਹੈਗੇ ਨੇ। ਜਿਵੇਂ ਅਸੀਂ ਰੋਜ਼ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ ਵਿੱਚੋਂ ਪਰਮੇਸ਼ਵਰ ਦੀ ਦਇਆ ਦੇ ਨਾਲ ਪਰਮੇਸ਼ਵਰ ਦੇ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅੱਜ ਦਸੰਬਰ 21 ਹੈਗੀ ਏ। ਅਸੀਂ ਤਕਰੀਬਨ 4 ਦਿਨ ਫਰਕ ਰਹਿ ਗਿਆ ਕ੍ਰਿਸਮਸ ਤੋਂ, ਜਦੋਂ ਕਿ ਅਸੀਂ ਆਪਣੇ ਮੁਕਤੀਦਾਤਾ ਨੇ ਜਿਨ੍ਹਾਂ ਨੇ ਸਾਡੇ ਕਰਕੇ ਸਵਰਗ ਛੋੜ ਕੇ ਤੁਹਾਡੇ ਤੇ ਮੇਰੇ ਵਾਸਤੇ ਜ਼ਮੀਨ ਤੇ ਆ ਕੇ ਜਨਮ ਲਿਆ, ਉਹਨਾਂ ਬਾਰੇ ਗੱਲਬਾਤ ਕਰ ਰਹੇ ਹੈਗੇ ਆ। ਸਭ ਤੋਂ ਪਹਿਲੇ ਕਿ ਆਪਾਂ ਪ੍ਰਚਾਰ ਹੀ ਚਲੀਏ। ਆਪ ਸਭ ਤੋਂ ਪਹਿਲੇ ਰੱਬ ਦੀ ਹਜ਼ੂਰੀ ਮੰਗਾਂਗੇ, ਆਪਣੇ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ। Lord, Holy Father, we give you glory, we give you thanks. Father, we give you praise. You are worthy of all the praises because you are a God who has created everything, and then you created us for your fellowship, Father. In all things, Father, we give you glory. Help us, Father, so whatever we speak, it is within your permission, it is your will that whatever we are saying. ਪਿਤਾ ਜੀ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡੀ ਹਜ਼ੂਰੀ ਮੰਗਦੇ ਹਾਂ ਤੇ ਤੁਹਾਡੇ ਅਲਫਾਜ਼ ਮੰਗਦੇ ਹਾਂ, ਤਾਂ ਕਿ ਉਹ ਗੱਲਾਂ ਕਰੀਏ ਜਿਹੜਾ ਕਿ ਤੁਹਾਨੂੰ ਪਸੰਦ ਹੋਣ। ਪਰਮ ਪਿਤਾ ਪਰਮੇਸ਼ਵਰ ਜੀ, ਹਰ ਚੀਜ਼ ਤੁਹਾਡੇ ਨਾਮ ਨੂੰ ਜਲਾਲ ਮਿਲੇ, ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਅਸੀਂ ਤੁਹਾਡੇ ਕੋਲ ਇੱਕ ਬੜਾ ਹੀ ਆਪਣੇ ਰੋਜ਼ ਦੇ ਜੀਵਨ ਦੇ ਨਾਲ ਸੰਬੰਧ ਰੱਖਦਾ ਹੋਇਆ ਟੌਪਿਕ ਲੈ ਕੇ ਆਏ ਹਾਂ, ਜਿੰਦਾ ਕਿ ਨਾਮ ਹੈਗਾ ਡਾਰਕਨੈਸ ਐਂਡ ਲਾਈਟ, ਅੰਧਕਾਰ ਤੇ ਰੋਸ਼ਨੀ। ਰੋਸ਼ਨੀ ਦਾ ਸੰਬੰਧ ਜਿਹੜਾ ਹੈਗਾ ਉਹ ਪਰਮੇਸ਼ਵਰ ਦੇ ਨਾਲ ਹੈਗਾ, ਤੇ ਅੰਧਕਾਰ ਦਾ ਜਿਹੜਾ ਸੰਬੰਧ ਹੈਗਾ ਉਹ ਇਸ ਦੁਨੀਆ ਦੀ ਬੁਰਾਈਆਂ ਦੇ ਨਾਲ ਹੈਗਾ। ਪ੍ਰਭੂ ਯਿਸੂ ਮਸੀਹ ਦਾ ਆਣਾ ਜਿਹੜਾ ਸੀਗਾ ਇਸ ਜ਼ਮੀਨ ਤੇ ਇੱਕ ਰੋਸ਼ਨੀ ਸੀਗਾ ਸੰਸਾਰ ਵਾਸਤੇ, ਪਰ ਕਿਆ ਸਾਰਿਆਂ ਨੇ ਉਹ ਰੋਸ਼ਨੀ ਨੂੰ ਕਬੂਲ ਕੀਤਾ? ਨਹੀਂ ਕੀਤਾ। ਰਾਦਰ ਬਹੁਤ ਘੱਟ ਲੋਕਾਂ ਨੇ ਰੋਸ਼ਨੀ ਨੂੰ ਕਬੂਲ ਕੀਤਾ। ਤੇ ਵਚਨ ਦੱਸਦਾ ਹੈਗਾ ਕਿ ਲੋਕ ਅੰਧਕਾਰ ਵਿੱਚ ਬੈਠੇ ਰਹੇ ਕਿਉਂਕਿ ਉਹਨਾਂ ਨੂੰ ਆਦਤ ਪਈ ਸੀ ਅੰਧਕਾਰ ਵਿੱਚ ਬਹਿਣ ਦੀ। ਕਈ ਵਾਰੀ ਅਸੀਂ ਕੋਈ ਆਪਣੀ ਐਸੀ ਆਦਤ ਹੁੰਦੀ ਹੈ ਜਿੰਦਾ ਅਸੀਂ ਉਹਨੇ ਆਦਤ ਇੰਨੀ ਜ਼ਿਆਦਾ ਸਾਡੀ ਪੱਕ ਜਾਂਦੀ ਹੈ, ਇੰਨੀ ਜ਼ਿਆਦਾ ਮਜ਼ਬੂਤ ਹੋ ਜਾਂਦੀ ਹੈ ਵੀ ਅਸੀਂ ਉਹਨੂੰ ਛੋੜਨ ਬਾਰੇ ਵੀ ਨਹੀਂ ਸੋਚਦੇ। ਇਸ ਕਰਕੇ ਜਿਸ ਤੱਕ ਆਪਾਂ ਨੂੰ ਪਰਮੇਸ਼ਵਰ ਦਾ ਸਾਥ ਨਾ ਹੋਵੇ, ਪਰਮੇਸ਼ਵਰ ਦੀ ਸਹਿਭਾਗੀਤਾ ਨਾ ਹੋਵੇ, ਫੈਲੋਸ਼ਿਪ ਨਾ ਹੋਵੇ, ਤਾਂ ਤੱਕ ਅਸੀਂ ਕੁਝ ਵੀ ਨਹੀਂ ਕਰ ਸਕਦੇ। ਜੇ ਤੁਸੀਂ ਨਵਾਂ ਨਿਯਮ ਪੜ੍ਹੋ ਤੇ ਪ੍ਰਭੂ ਯਿਸੂ ਮਸੀਹ ਨੇ ਇੱਕ ਖਾਸ ਵਰਡ ਹੈਗਾ ਜਿਹਦਾ ਬੜੀ ਵਾਰੀ ਪ੍ਰਯੋਗ ਕੀਤਾ, ਜਿਹੜਾ ਕਿ ਨੈਗੇਟਿਵ ਵਰਡ ਹੈ, ਜਿੰਨਾ ਅੰਗਰੇਜ਼ੀ 'ਚ ਬਾਈਬਲ ਪੜ੍ਹਨੇ ਤਾਂ ਉਹਦਾ ਆਉਂਦਾ ਨਥਿੰਗ। ਉਹਨਾਂ ਨੇ ਆਪਣੇ ਆਪ ਨੂੰ ਨਥਿੰਗ ਕਿਹਾ ਬੜੀ ਵਾਰੀ, ਕਿ ਮੇਰਾ ਕੋਈ ਵਜੂਦ ਨਹੀਂ ਹੈ। ਹੁਣ ਇਹ ਸਮਝੋ ਕਿ ਉਹ ਤਾਂ ਆਪਣਾ ਹੀ ਵਾਜ਼ ਅ ਪਾਰਟ ਆਫ ਦੀ ਟ੍ਰਿਨਿਟੀ, ਤੇ ਉਹਨਾਂ ਨੇ ਕਿਵੇਂ ਕਿਹਾ ਕਿ ਮੈਂ ਨਥਿੰਗ ਆ? ਉਹਨਾਂ ਨੇ ਆਪਣੇ ਆਪ ਨੂੰ ਪਿਤਾ ਦੇ ਸਾਹਮਣੇ ਨਥਿੰਗ ਕਿਹਾ। ਉਹਨਾਂ ਨੇ ਸਾਨੂੰ ਦੱਸਿਆ ਕਿ ਜਿਸ ਤੱਕ ਅਸੀਂ ਆਪਣੇ ਆਪ ਨੂੰ ਦੀਨ ਨਹੀਂ ਕਰਦੇ, ਹੰਬਲ ਨਹੀਂ ਕਰਦੇ, ਆਪਣੇ ਆਪ ਨੂੰ ਨਥਿੰਗ ਨਹੀਂ ਕਰਦੇ, ਤੇ ਪਰਮੇਸ਼ਵਰ ਨੂੰ 100% ਪਰਮੇਸ਼ਵਰ ਦੇ ਮਗਰ ਨਹੀਂ ਚੱਲਦੇ, ਤਾਂ ਤੱਕ ਕੀ ਹੈਗਾ? ਅੰਧਕਾਰ ਵਿੱਚ ਹੈਗਾ। ਤੇ ਆਓ ਅੱਜ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ, ਉਸ ਵਚਨ ਜੋ ਸਿੱਖੀਏ ਕਿ ਪਰਮੇਸ਼ਵਰ ਸਾਡੇ ਨਾਲ ਇਸ ਰੋਸ਼ਨੀ ਤੇ ਅੰਧਕਾਰ ਦੇ ਬਾਰੇ ਕੀ ਗੱਲਾਂ ਕਰਦੇ ਨੇ, ਕੀ ਆਪਾਂ ਨੂੰ ਸਿਖਾਉਣਾ ਚਾਹੁੰਦੇ ਨੇ। ਕਿਉਂਕਿ ਜਿਵੇਂ ਮੈਂ ਅਕਸਰ ਕਹਿਣਾ ਕਿ ਅਸੀਂ ਇੱਥੇ ਤੁਹਾਨੂੰ ਆਪਣੀ ਸੋਚ ਦੱਸਣ ਵਾਸਤੇ ਨਹੀਂ ਖੜੇ। ਨਾ ਮੈਂ ਰੱਬ ਕੋਲ ਪ੍ਰਾਰਥਨਾ ਕਰਨਾ ਕਿ ਕਦੀ ਵੀ ਆਪਣੀ ਸੋਚ ਤੁਹਾਨੂੰ ਸਾਂਝੀ ਕਰੀਏ, ਕਿਉਂਕਿ ਮੇਰੀ ਸੋਚ ਨੇ ਤੁਹਾਡਾ ਦਿਲ ਨਹੀਂ ਬਦਲਣਾ,
ਮੇਰੀ ਸੋਚ ਨੇ ਤੁਹਾਡੇ ਜੀਵਨ 'ਚ ਉਜਿਆਲਾ ਲੈ ਕੇ ਨਹੀਂ ਆਣਾ। ਪਰਮੇਸ਼ਵਰ ਦਾ ਜਿਹੜਾ ਵਚਨ ਹੈਗਾ ਉਹਨੇ ਸਭ ਕੁਝ ਕਰਨਾ ਹੈ, ਮੇਰੇ ਵਾਸਤੇ ਵੀ ਤੇ ਹਰ ਇੱਕ ਵਿਸ਼ਵਾਸ ਕਰਨ ਵਾਲੇ ਦੇ ਵਾਸਤੇ। ਪਰ ਬਹੁਤ ਜ਼ਰੂਰੀ ਗੱਲ ਹੈਗੀ ਹੈ ਕਿ ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਤੇ ਇਹ ਸਾਰੀ ਗੱਲਾਂ ਤੁਹਾਡੇ ਵਾਸਤੇ ਕੀ ਨੇ? ਬੇਕਾਰ ਨੇ। ਹੋ ਸਕਦਾ ਕੁਝ ਲੋਕ ਇਹ ਪ੍ਰੋਗਰਾਮ ਸੁਣਦੇ ਹੋਣ ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਸੁਣਦੇ ਹੋਣ ਕਿਉਂਕਿ ਉਹਨਾਂ ਨੂੰ ਸੁਣਨਾ ਅੱਛਾ ਲੱਗਦਾ ਹੈ, ਪਰ ਅੱਛਾ ਲੱਗਣਾ ਤੇ ਉਹਨੂੰ ਜੀਵਨ ਵਿੱਚ ਜੀਵਨ ਦਾ ਹਿੱਸਾ ਬਣਾਉਣਾ ਦੋ ਅਲੱਗ-ਅਲੱਗ ਪਹਿਲੂ ਨੇ। ਇਸ ਕਰਕੇ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ ਤੇ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਪ੍ਰਾਰਥਨਾ ਕਰਾਂਗਾ ਕਿ ਉਹਨਾਂ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਕਰਕੇ ਰਿਸੀਵ ਕਰੋ। ਫਿਰ ਪਰਮੇਸ਼ਵਰ ਤੁਹਾਨੂੰ ਚਲਾਏਗਾ। ਪਰਮੇਸ਼ਵਰ ਫਿਰ ਜਿਹੜੀਆਂ ਗੱਲਾਂ ਅਸੀਂ ਕਰਨੇ ਆ, ਜਿਵੇਂ ਅਸੀਂ 2-3 ਦਿਨ ਪਹਿਲੇ ਮਾਫੀ ਦੀ ਗੱਲ ਕੀਤੀ, ਪਰਮੇਸ਼ਵਰ ਦੀ ਮਰਜ਼ੀ ਤੋਂ ਬਿਨਾਂ ਅਸੀਂ ਨਹੀਂ ਛੱਡ ਸਕਦੇ, ਆਪਣਾ ਕਿਸੇ ਨੂੰ ਮਾਫ ਕਰ ਸਕਦੇ। ਫਿਰ ਅਸੀਂ ਅੱਗੇ ਗੱਲ ਕੀਤੀ ਸੀ ਕਿ ਪਰਮੇਸ਼ਵਰ ਦੀ ਰੋਸ਼ਨੀ ਸਾਡੇ ਤੇ ਚਮਕਦੀ ਹੈ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਚਮਕ ਸਕਦੀ। ਫਿਰ ਅਸੀਂ ਕੱਲ ਦੇਖਿਆ ਸੀ ਕਿ ਪਰਮੇਸ਼ਵਰ ਨੇ ਜੋ ਕੁਝ ਅਸੀਂ ਬ੍ਰਹਿਮੰਡ ਵਿੱਚ ਦੇਖਦੇ ਆ ਉਹ ਪਰਮੇਸ਼ਵਰ ਦੀ ਹੱਥਾਂ ਦੀ ਰਚਨਾ ਹੈਗੀ ਹੈ। ਜਿਹੜਾ ਚੰਦਰਮਾ ਤੇ ਸੂਰਜ ਤੇ ਤਾਰੇ ਜਿਨ੍ਹਾਂ ਦੀ ਸੰਖਿਆ ਜਿਹੜੀ ਹੈਗੀ ਹੈ ਉਹ ਇੰਨੀ ਜ਼ਿਆਦਾ ਹੈਗੀ ਹੈ ਕਿ ਸਾਇੰਟਿਸਟ ਕਹਿੰਦੇ ਨੇ ਬਿਲੀਅਨਸ ਆਫ ਬਿਲੀਅਨਸ, ਕਰੋੜਾਂ ਦੇ ਕਰੋੜਾਂ, ਅਰਬਾਂ ਦੇ ਅਰਬਾਂ ਪਰਮੇਸ਼ਵਰ ਨੇ ਕਿਦੋਂ ਬਣਾਏ? ਇੱਕ ਦਿਨ ਵਿੱਚ ਬਣਾਏ। ਕਿਆ ਤੁਸੀਂ ਵਿਸ਼ਵਾਸ ਕਰਦੇ ਹੋ? ਜੇ ਵਿਸ਼ਵਾਸ ਕਰਦੇ ਹੋ ਤਾਈਓ ਤੁਸੀਂ ਪਰਮੇਸ਼ਵਰ ਦੇ ਬੇਟੇ ਤੇ ਬੇਟੀਆਂ ਕਹਿਲਾ ਸਕਦੇ ਹੋ। ਕਿਉਂਕਿ ਆਪਾਂ ਬਾਈਬਲ ਐਸੀ ਨਹੀਂ ਹੈ ਕਿ ਅਸੀਂ ਕਹੀਏ ਜੀ ਬਾਈਬਲ ਦਾ ਇਹ ਪੋਰਸ਼ਨ ਤਾਂ ਠੀਕ ਹੈ ਪਰ ਇਹ ਪੋਰਸ਼ਨ ਠੀਕ ਨਹੀਂ ਹੈਗਾ। ਕਿਉਂ? ਕਿਉਂਕਿ ਬਾਈਬਲ ਜਿਹੜੀ ਹੈਗੀ ਹੈ ਉਹ ਪਰਮੇਸ਼ਵਰ ਦਾ ਸੁਸਮਾਚਾਰ ਹੈ ਸਾਡੇ ਵਾਸਤੇ। ਇਸ ਕਰਕੇ ਇਹ ਅਨਹੋਣਾ ਹੈਗਾ ਕਿ ਉਹਦੇ ਕੋਈ ਵੀ ਐਸੀ ਚੀਜ਼ ਹੋਵੇ ਜਿਹੜੀ ਕਿ ਸਹੀ ਨਾ ਹੋਵੇ, ਜਿਹੜੀ ਸਾਨੂੰ ਜੀਵਨ ਦੇਣ ਵਾਲੀ ਨਾ ਹੋਵੇ। ਤੇ ਕਿਉਂਕਿ ਕ੍ਰਿਸਮਸ ਦਾ ਸੀਜ਼ਨ ਹੈਗਾ, ਅਸੀਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਨਾਲ ਕਨੈਕਟਡ ਤੁਹਾਡੇ ਨਾਲ ਗੱਲ ਕਰਾਂਗੇ। ਅੱਜ ਆਪਾਂ ਗੱਲ ਕਰਾਂਗੇ ਇਜ਼ਾਇਆ ਚੈਪਟਰ 9 ਉਹਦਾ 2 ਵਰਸ। The people who walked in darkness have seen a great light. Those who dwelt in the land of the shadow of death, upon them a light has shined. जो लोग अंधकार में चल रहे थे उन्होंने बड़ा उजियाला देखा, और जो लोग घोर अंधकार से भरे हुए मृत्यु के देश में रहते थे उन पर ज्योति चमकी। ਤੇ ਪਰਮੇਸ਼ਵਰ ਦਾ ਇਹ ਵਚਨ ਪੜ੍ਹੇ ਜਾਣ ਵਾਸਤੇ ਸਾਰਿਆਂ ਨੂੰ ਅਸ਼ੀਸ਼ ਮਿਲੇ। ਉਹ ਉੱਥੇ ਕੀ ਕਹਿ ਰਿਹਾ ਹੈਗਾ ਕਿ ਜਦੋਂ ਪ੍ਰਭੂ ਯਿਸੂ ਮਸੀਹ ਇਹ ਸੰਸਾਰ ਵਿੱਚ ਆਏ, ਇਹ ਜਿਹੜੀ ਇਜ਼ਾਇਆ ਨੇ ਪੁਸਤਕ ਲਿਖੀ ਹੈ ਇਹ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ 700 ਸਾਲ ਪਹਿਲੇ ਲਿਖੀ ਹੈ। ਪਰ ਪਰਮੇਸ਼ਵਰ ਵਾਸਤੇ, ਪਰਮੇਸ਼ਵਰ ਕੱਲ ਦਾ ਵੀ ਪਰਮੇਸ਼ਵਰ ਹੈ, ਅੱਜ ਦਾ ਵੀ ਹੈ ਤੇ ਆਉਣ ਵਾਲੇ ਕੱਲ ਦਾ ਵੀ ਹੈ। ਪਰਮੇਸ਼ਵਰ ਵਾਸਤੇ ਸਮੇਂ ਦੀ ਬੰਦਿਸ਼ ਨਹੀਂ ਹੈਗੀ, ਤੁਹਾਡੇ ਤੇ ਮੇਰੇ ਵਾਸਤੇ ਸਮੇਂ ਦੀ ਬੰਦਿਸ਼ ਹੈਗੀ ਹੈ। ਇਸ ਕਰਕੇ ਪਰਮੇਸ਼ਵਰ ਨੇ 700 ਸਾਲ ਪਹਿਲੇ ਦੱਸਤਾ ਸੀ ਕਿ ਉਹ ਸੰਸਾਰ ਦੇ ਜਿਹੜੇ ਗੁਨਾਹਾਂ ਦੇ ਛੁਟਕਾਰੇ ਵਾਸਤੇ ਇੱਕ ਰੋਸ਼ਨੀ ਭੇਜਣਗੇ। ਹੁਣ ਦੋ ਤਰ੍ਹਾਂ ਦੇ ਅੰਧਕਾਰ ਹੁੰਦੇ ਨੇ। ਇੱਕ ਜਿਵੇਂ ਆਪਾਂ ਜਿਵੇਂ ਵਚਨ ਨੇ ਪੜਿਆ, ਕੁਝ ਲੋਕ ਅੰਧਕਾਰ ਹੀ ਚੱਲ ਰਹੇ ਸੀਗੇ, ਕੁਝ ਲੋਕ ਵਰਡ ਯੂਜ਼ ਕੀਤਾ ਡਵੈਲ, ਕੁਝ ਲੋਕ ਅੰਧਕਾਰ ਦੇ ਵਿੱਚ ਜੀਵਨ ਬਿਤਾ ਰਹੇ ਸੀ। ਇਹ ਮੁਮਕਿਨ ਹੈਗਾ ਕਿ ਅਸੀਂ ਕੁਝ ਸਮੇਂ ਵਾਸਤੇ ਆਪਣੇ ਹਾਲਾਤਾਂ ਕਰਕੇ, ਆਪਣੀਆਂ ਸੋਚਾਂ ਕਰਕੇ, ਗਲਤ ਕੰਪਨੀ ਕਰਕੇ ਅਸੀਂ ਪਰੇਸ਼ਾਨੀ 'ਚ ਆ ਜਾਈਏ, ਅੰਧਕਾਰ 'ਚ ਆ ਜਾਈਏ। ਪਰ ਜੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਜਾਣਦੇ ਹਾਂ, ਜੇ ਸਾਡੀ ਪਰਮੇਸ਼ਵਰ ਦੇ ਨਾਲ ਫੈਲੋਸ਼ਿਪ ਹੈਗੀ ਹੈ ਤੇ ਫਿਰ ਅੰਧਕਾਰ ਵਿੱਚ ਅਸੀਂ ਜ਼ਿਆਦਾ ਦੇਰ ਰਹਿ ਨਹੀਂ ਸਕਦੇ, ਫਿਰ ਅਸੀਂ ਅੰਧਕਾਰ ਵਿੱਚ ਡਵੈਲ ਨਹੀਂ ਕਰ ਸਕਦੇ।
then we will shift from darkness to light. ਕਿਉਂ? ਕਿਉਂਕਿ ਅਸੀਂ ਜੋਤੀ ਦੀ ਸੰਤਾਨ ਹੈਗੇ ਆ। ਇਸ ਕਰਕੇ ਇਹ ਸਾਰੀ ਗੱਲਾਂ ਤਾਈਓ ਤੁਹਾਡੇ ਤੇ ਐਪਲੀਕੇਬਲ ਹੈਗੀਆਂ ਨੇ ਜੇ ਤੁਸੀਂ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਹੋ, ਜੇ ਤੁਸੀਂ ਬਾਈਬਲ ਪੜ੍ਹਦੇ ਹੈਗੇ ਹੋ, ਜੇ ਤੁਸੀਂ ਬਾਈਬਲ ਦੇ ਬਾਰੇ ਜਾਣਦੇ ਹੈਗੇ ਹੋ। ਇਸ ਕਰਕੇ ਪ੍ਰਭੂ ਯਿਸੂ ਮਸੀਹ ਦਾ ਆਣਾ ਕੀ ਸੀਗੀ? ਇੱਕ ਰੋਸ਼ਨੀ ਆਈ ਸੰਸਾਰ ਵਿੱਚ। ਰੋਸ਼ਨੀ ਆਈ ਤਾਂ ਕਿ ਜਿਹੜੇ ਲੋਕ ਆਪਣੇ ਪਾਪਾਂ ਦੇ ਗੜੇ 'ਚ ਫਸੇ ਸੀਗੇ ਉਹਨਾਂ ਵਾਸਤੇ ਪਰਮੇਸ਼ਵਰ ਨੇ ਇੱਕ ਰਸਤਾ ਲੱਭਿਆ। ਹੁਣ ਇੱਥੇ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਜੌਨ 8:12 ਇੱਕ ਬੜੀ ਅਦਭੁਤ ਗੱਲ ਕਹੀ ਹੈਗੀ ਹੈ। ਆਪਾਂ ਉਹ ਪੜਾਂਗੇ ਤੇ ਉਸ ਤੋਂ ਬਾਅਦ ਅੱਗੇ ਪ੍ਰਚਾਰ ਚੱਲਾਂਗੇ। ਯੋਹੰਨਾ 8:12, John 8:12. Then Jesus spoke to them again, saying, I am the light of the world. He who follows me shall not walk in darkness, but have the light of life. तब यीशु ने फिर लोगों से कहा, जगत की ज्योति मैं हूं, जो मेरे पीछे हो लेता है वह अंधकार में ना चलेगा परंतु जीवन की ज्योति पाएगा। ਹੁਣ ਆਪਾਂ ਇਸ ਵਰਸ ਦੇ ਜ਼ਰੀਏ ਅੰਧਕਾਰ ਤੇ ਰੋਸ਼ਨੀ ਬਾਰੇ ਸਮਝਾਂਗੇ। ਸਭ ਤੋਂ ਪਹਿਲੇ ਉਹਨਾਂ ਨੇ ਕੀ ਕਿਹਾ ਹੈ ਕਿ ਜਿਹੜਾ ਮੇਰੇ ਪਿੱਛੇ ਚੱਲੇਗਾ। ਹੁਣ ਪਿੱਛੇ ਚੱਲਣ ਦਾ ਕੀ ਮਤਲਬ ਹੈ? ਫਿਜ਼ੀਕਲੀ ਤਾਂ ਸਾਡੇ ਨਾਲ ਹੈਗੇ ਨਹੀਂ ਨੇ, ਫਿਰ ਅਸੀਂ ਉਹਨਾਂ ਦੇ ਪਿੱਛੇ ਕਿਵੇਂ ਚੱਲ ਸਕਦੇ ਹੋ? ਬੜਾ ਆਸਾਨ ਗੱਲ ਹੈਗੀ। ਪਿੱਛੇ ਚੱਲਣ ਦਾ ਮਤਲਬ ਹੈ ਜਿਹੜੀਆਂ ਚੀਜ਼ਾਂ ਉਹ ਕਰਦੇ ਸੀਗੇ ਉਹ ਸਾਡੇ ਵਾਸਤੇ ਕਰਨੀਆਂ ਜ਼ਰੂਰੀ ਨੇ। ਜਿਸ ਤਰ੍ਹਾਂ ਦਾ ਜੀਵਨ ਉਹਨਾਂ ਨੇ ਬਿਤਾਇਆ ਉਸ ਤਰ੍ਹਾਂ ਦਾ ਜੀਵਨ ਬਿਤਾਉਣਾ ਜ਼ਰੂਰੀ ਹੈ। ਜਿਸ ਤਰ੍ਹਾਂ ਦਾ ਉਹਨਾਂ ਨੇ ਸੋਚ ਰੱਖੀ, ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਉਹ ਸਾਡੇ ਵਾਸਤੇ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਹੋਏ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਰੋਸ਼ਨੀ ਦੇ ਪਿੱਛੇ ਚੱਲ ਰਹੇ ਹਾਂ। ਰੋਸ਼ਨੀ ਤੇ ਅੰਧਕਾਰ ਦਾ ਕੀ ਫਰਕ ਹੈ? ਰੋਸ਼ਨੀ 'ਚ ਆਪਾਂ ਸਭ ਕੁਝ ਸਾਫ਼ ਦੇਖ ਸਕਦੇ ਹਾਂ, ਅੰਧਕਾਰ ਵਿੱਚ ਅਸੀਂ ਸਿਰਫ ਟਟੋਲਦੇ ਰਹਿੰਦੇ ਹਾਂ, ਸਾਰੇ ਕੰਮ ਅੰਦਾਜ਼ੇ ਦੇ ਨਾਲ ਕਰਨੇ ਆ, ਸਾਨੂੰ ਕੁਝ ਨਜ਼ਰ ਨਹੀਂ ਆਉਂਦਾ ਹੁੰਦਾ। ਇਸ ਕਰਕੇ ਆਪਾਂ ਖੁਦ ਸੋਚ ਸਕਦੇ ਹਾਂ ਕਿ ਆਪਾਂ ਕਿੱਥੇ ਜੀਵਨ ਬਿਤਾਉਣਾ ਚਾਹੁੰਦੇ ਹਾਂ। ਆਪਾਂ ਰੋਸ਼ਨੀ ਬਿਤਾਉਣਾ ਚਾਹੁੰਦੇ ਹਾਂ ਕਿ ਆਪਾਂ ਅੰਧਕਾਰ ਹੀ ਬਿਤਾਉਣਾ ਚਾਹੁੰਦੇ ਹਾਂ। ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਉਹ ਆਪਾਂ ਉਹਨਾਂ ਦਾ ਜੀਵਨ ਦੇਖੀਏ। ਬਾਈਬਲ ਵਿੱਚ ਇਹ ਚੀਜ਼ ਬਾਰ-ਬਾਰ ਖਾਸ ਤੌਰ ਤੇ ਲਿਖੀ ਗਈ ਹੈ ਕਿ ਉਹ ਸਭ ਤੋਂ ਪਹਿਲੇ ਸਵੇਰੇ ਉੱਠ ਕੇ ਕੀ ਹੈ, ਇਕਾਂਤ ਹੀ ਜਾਂਦੇ ਸੀ ਤੇ ਪਰਮੇਸ਼ਵਰ ਦੇ ਨਾਲ ਆਪਣੀ ਫੈਲੋਸ਼ਿਪ ਰੱਖਦੇ ਸੀ, ਸਹਿਭਾਗੀਤਾ ਰੱਖਦੇ ਸੀ, ਉਹਨਾਂ ਨਾਲ ਕੰਟੈਕਟ ਰੱਖਦੇ ਸੀ। ਇਸ ਕਰਕੇ ਜੇ ਆਪਾਂ ਵੀ ਰੋਸ਼ਨੀ ਚੱਲਣਾ ਚਾਹੁੰਦੇ ਹਾਂ ਤੇ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਫੇਸਬੁੱਕ ਨਾਲ, ਵਟਸਐਪ ਦੇ ਨਾਲ, ਨਿਊਜ਼ ਦੇ ਨਾਲ ਸ਼ੁਰੂ ਨਾ ਕਰੀਏ। ਸਾਡਾ ਜ਼ਿੰਦਗੀ ਦੇ ਜਿਹੜੇ ਹਰ ਦਿਨ ਦੀ ਸ਼ੁਰੂਆਤ ਹੈਗੀ ਹੈ ਉਹ ਸ਼ੁਕਰਗੁਜ਼ਾਰੀ ਦੇ ਨਾਲ, ਸਭ ਤੋਂ ਪਹਿਲੇ ਪਰਮੇਸ਼ਵਰ ਦੇ ਨਾਲ ਫੈਲੋਸ਼ਿਪ ਹੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲੇ ਕਿ ਇਹ ਸੰਸਾਰ ਦੀਆਂ ਗੱਲਾਂ ਤੁਹਾਡੇ ਸੋਚਾਂ ਨੂੰ ਕਹਿੰਦੇ ਨੇ ਕਰਪਟ ਕਰਨ, ਖਰਾਬ ਕਰਨ, ਸਭ ਤੋਂ ਪਹਿਲਾਂ ਆਪਣਾ ਜਿਹੜਾ ਹਿੱਸਾ ਕੀ ਦੇਣਾ, ਆਪਾਂ ਰੱਬ ਦੇ ਨਾਲ ਫੈਲੋਸ਼ਿਪ ਕਰਨੀ ਹੈ। ਆਪਾਂ ਰੱਬ ਦੇ ਇਨਸਾਨ ਹੈਗੇ ਆ। ਕੱਲ ਜਿਵੇਂ ਆਪਾਂ ਦੇਖਿਆ ਸੀ ਵੀ ਇਹ ਜਿਹੜੀ ਗੈਲੈਕਸੀ ਹੈ ਕਿੰਨੀ ਵੱਡੀ ਹੈ, ਚੰਦ ਸੂਰਜ ਤਾਰੇ ਕਿੰਨੇ ਵੱਡੇ ਨੇ, ਇੰਨਾ ਵਿਸ਼ਾਲ ਹੈਗਾ। ਉਹ ਪਰਮੇਸ਼ਵਰ ਜਿਹਨੇ ਸਭ ਕੁਝ ਬਣਾਇਆ ਉਹ ਤੁਹਾਡੇ ਤੇ ਮੇਰੀ ਚਿੰਤਾ ਕਰਦਾ ਹੈ, ਉਹ ਤੁਹਾਡੇ ਤੇ ਮੇਰੀ ਪ੍ਰਾਰਥਨਾ ਨੂੰ ਸੁਣਦਾ ਹੈ, ਉਹ ਤੁਹਾਡੇ ਨਾਲ ਤੇ ਮੇਰੇ ਨਾਲ ਫੈਲੋਸ਼ਿਪ ਕਰਨਾ ਚਾਹੁੰਦਾ ਹੈ। ਇਸ ਕਰਕੇ ਸਭ ਤੋਂ ਜ਼ਰੂਰੀ ਹੈ ਕਿ ਸਭ ਤੋਂ ਪਹਿਲੇ ਆਪਾਂ ਪਰਮੇਸ਼ਵਰ ਦੇ ਨਾਲ ਆਪਣਾ ਸਹਿਭਾਗੀਤਾ ਕਰੀਏ, ਫੈਲੋਸ਼ਿਪ ਕਰੀਏ।
ਸਵੇਰੇ ਸਵੇਰੇ ਕਰੀਏ, ਆਪਣੀ ਦਿਨਚਰਿਆ ਸ਼ੁਰੂ ਤੋਂ ਕਰਨ ਤੋਂ ਪਹਿਲੇ। ਦੂਸਰਾ, ਜੋ ਦਿਨ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਰੱਬ ਕੋਲੋਂ ਗਾਈਡੈਂਸ ਮੰਗੀਏ ਕਿ ਅੱਜ ਮੈਂ ਫਲਾਣੇ ਕੰਮ ਕਰਨਾ ਚਾਹਣਾ ਪਿਤਾ ਜੀ, ਇਹਦੇ 'ਚ ਮੈਂ ਤੁਹਾਡਾ ਸਹਿਯੋਗ ਮੰਗਣਾ, ਤੁਹਾਡੀ ਡਾਇਰੈਕਸ਼ਨ ਮੰਗਣਾ ਹੈ। ਉਸ ਤੋਂ ਬਾਅਦ ਹਮੇਸ਼ਾ, ਜਿਵੇਂ ਪੌਲੁਸ ਨੇ ਲਿਖਿਆ ਹੈਗਾ ਕਿ ਪ੍ਰੇ ਵਿਦਾਊਟ ਸੀਜ਼ਿੰਗ, ਉਹ ਕਹਿੰਦਾ ਨਿਰੰਤਰ ਪ੍ਰਾਰਥਨਾ में लगे ਰਹੋ। ਇਹਦਾ ਮਤਲਬ ਹੈਗਾ ਅਸੀਂ ਐਟ ਦੀ ਬੈਕ ਆਫ our mind should be full of praise for Almighty God, full of thanksgiving for Almighty God। ਉਹਨੂੰ ਕਹਿੰਦੇ ਨੇ pray without ceasing। ਇਹ ਇੱਕ ਆਪਸ਼ਨ ਨਹੀਂ ਹੈਗੀ, ਇਹ ਪਰਮੇਸ਼ਵਰ ਦੀ ਸਾਨੂੰ ਇੰਸਟਰਕਸ਼ਨ ਹੈਗੀ ਹੈ, ਇਹ ਹੁਕਮ ਹੈਗਾ ਕਿ ਆਪਾਂ ਨੂੰ ਹਮੇਸ਼ਾ ਪ੍ਰੇ ਵਿਦਾਊਟ ਸੀਜ਼ਿੰਗ ਕਰਨਾ ਬਹੁਤ ਜ਼ਰੂਰੀ ਹੈ। ਮੈਂ ਇੱਥੇ ਇੱਕ ਫਿਰ ਦੂਸਰਾ ਕੀ ਕੰਮ ਕਰਦੇ ਸੀ ਆਪਣਾ ਪ੍ਰਭੂ ਯਿਸੂ ਮਸੀਹ, ਪਰਮੇਸ਼ਵਰ ਦਾ ਜਿਹੜਾ ਏਜੰਡਾ ਸੀਗਾ, ਪਰਮੇਸ਼ਵਰ ਦਾ ਜਿਹੜਾ ਪਲਾਨ ਸੀਗਾ, ਉਹ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਪਿਤਾ ਦੀ ਇੱਛਾ ਨੂੰ ਪੂਰੀ ਕਰਨ ਵਾਸਤੇ ਆਇਆ, ਮੇਰੀ ਆਪਣੀ ਕੋਈ ਇੱਛਾ ਨਹੀਂ ਹੈਗੀ। ਉਸ ਤਰ੍ਹਾਂ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਜਿਵੇਂ ਰੱਬ ਨੂੰ ਪੁੱਛੀਏ ਕਿ ਰੱਬਾ ਤੇਰੀ ਇੱਛਾ ਕੀ ਹੈ। ਜਿਵੇਂ ਇੱਕ ਬੜਾ ਅੱਛਾ ਸੌਂਗ ਹੈਗਾ, ਤੇਰੀ ਇੱਛਾ ਪੂਰੀ ਹੋ ਜਾਏ। ਅਸੀਂ ਰੱਬ ਦੀ ਇੱਛਾ ਪੂਰੀ ਕਰਨ ਵਾਸਤੇ ਬਣਾਏ ਗਏ ਹੈਗੇ ਆ। ਫਿਰ ਆਪਾਂ ਉਹਨਾਂ ਦਾ ਲਾਈਫ ਸਟਾਈਲ ਦੇਖੀਏ। ਪ੍ਰਭੂ ਯਿਸੂ ਮਸੀਹ ਕੀ ਕਰਦੇ ਸੀ? ਉਹ ਲੋਕਾਂ ਨੂੰ ਚੰਗਿਆਈ ਦਿੰਦੇ ਸੀ। ਹੁਣ ਆਪਾਂ ਕਿਵੇਂ ਚੰਗਿਆਈ ਦੇ ਸਕਦੇ ਹਾਂ? ਨਹੀਂ ਦੇ ਸਕਦੇ, ਪਰ ਪਰਮੇਸ਼ਵਰ ਨੇ ਜ਼ਰੀਆ ਬਣਾਇਆ ਚੰਗਿਆਈ। ਜਦੋਂ ਆਪਾਂ ਰੱਬ ਦੇ ਅੱਗੇ ਪ੍ਰਾਰਥਨਾ ਕਰਨੇ ਆ, ਰੱਬ ਦੇ ਅੱਗੇ ਆਪਣੀ ਪਟੀਸ਼ਨ ਰੱਖਨੇ ਆ, ਤੇ ਪਰਮੇਸ਼ਵਰ ਜੋ ਆਪਣੀ ਸਾਡੀ ਸਮੱਸਿਆ ਹੁੰਦੀ ਹੈ, ਜੋ ਸਾਨੂੰ ਹੀਲਿੰਗ ਦੀ ਜ਼ਰੂਰਤ ਹੁੰਦੀ ਹੈ, ਪਿਤਾ ਪਰਮੇਸ਼ਵਰ ਸਾਨੂੰ ਉਹ ਪ੍ਰੋਵਾਈਡ ਕਰਾਉਂਦੇ ਨੇ। ਮੈਂ ਆਪਣੀ ਗਵਾਹੀ ਦੇਣਾ ਚਾਹਾਂਗਾ, ਸ਼ਨੀਵਾਰ ਰਾਤ ਨੂੰ ਮੇਰਾ ਜਿਹੜਾ ਲੈਫਟ ਸਾਈਡ ਦਾ ਮੂੰਹ ਹੈਗਾ, ਉਹਦੇ ਤਕਰੀਬਨ 2 ਤੋਂ ਜ਼ਿਆਦਾ ਦੰਦਾਂ 'ਚ ਬਹੁਤ ਜ਼ਿਆਦਾ ਦਰਦ, ਇੰਨੀ ਜ਼ਿਆਦਾ ਦਰਦ ਕਿ ਮੈਂ ਸਾਰੀ ਰਾਤ ਸੋ ਨਹੀਂ ਸਕਿਆ। ਤੇ ਸੰਡੇ ਦਾ ਦਿਨ ਮੈਨੂੰ ਪਤਾ ਹੈ ਮੈਂ ਚਰਚ 'ਚ ਆਪਣੇ ਸਾਡੇ ਪਾਸਟਰ ਸਾਹਿਬ ਦੀ ਮੈਸੇਜ ਦੀ ਟ੍ਰਾਂਸਲੇਟ ਕਰਨਾ ਇੰਗਲਿਸ਼ ਤੋਂ ਹਿੰਦੀ, ਤੇ ਮੈਂ ਇਹੋ ਪ੍ਰਾਰਥਨਾ ਕਰਦਾ ਸੀ ਕਿ ਪਰਮੇਸ਼ਵਰ ਮੇਰੀ ਮਦਦ ਕਰੀ ਕਿ ਮੈਂ ਇਹ ਦਰਦ ਜਿਹੜਾ ਹੈਗਾ ਮੇਰੇ ਉਸ ਕੰਮ ਦੇ ਵਿੱਚ ਰੁਕਾਵਟ ਨਾ ਪਏ। ਹੁਣ ਦੇਖੋ, ਪਰਮੇਸ਼ਵਰ ਦਾ ਵਚਨ ਇਸ ਚੀਜ਼ ਦੀ ਗਵਾਹੀ ਦਿੰਦਾ ਹੈ ਕਿ ਜਦੋਂ ਆਪਾਂ ਕੋਈ ਚੀਜ਼ ਆਪਣੇ ਵਾਸਤੇ ਮੰਗਨੇ ਆ ਉਹਦੇ ਵਿੱਚ, ਤੇ ਜਦੋਂ ਆਪਾਂ ਇਸ ਵਾਸਤੇ ਕੋਈ ਚੀਜ਼ ਮੰਨਾਂਗੇ, ਰੱਬਾ ਇਹ ਚੀਜ਼ ਵਾਸਤੇ ਮੰਗ ਰਿਹਾ ਤਾਂ ਕਿ ਇਹਦੇ ਨਾਲ ਤੇਰੀ ਬਾਦਸ਼ਾਹਤ ਵਿੱਚ ਕੋਈ ਕੰਮ ਹੋ ਸਕੇ, ਮੈਂ ਕਿਸੇ ਦੀ ਇਹਦੇ ਨਾਲ ਮਦਦ ਕਰ ਸਕਾਂ, ਤੇ ਉਹ ਜਿਹੜੀ ਚੰਗਿਆਈ ਹੈਗੀ ਹੈ ਉਹ ਪਰਮੇਸ਼ਵਰ ਇਮੀਡੀਏਟਲੀ ਸੁਣਦੇ ਨੇ। ਮੈਂ ਸਾਰੀ ਰਾਤ ਸੋਚਦਾ ਰਿਹਾ ਵੀ ਸਵੇਰੇ ਉੱਠ ਕੇ ਆਪਣੇ ਡਾਕਟਰ ਨੂੰ, ਜਿਵੇਂ ਅੱਜ ਕੱਲ੍ਹ ਕੋਵਿਡ ਚੱਲ ਰਿਹਾ, ਤੇ ਮੈਂ ਕਿਹਾ ਪਹਿਲੇ ਆਪਣੇ ਡੈਂਟਿਸਟ ਨੂੰ ਇੱਕ ਮੈਸੇਜ ਪਾਵਾਂਗਾ ਕਿ ਉਹ ਮੈਨੂੰ ਕੋਈ ਐਂਟੀਬਾਇਓਟਿਕ ਲਿਖ ਦੂਗਾ ਮੇਰੇ ਫਾਰਮੇਸੀ ਵਾਲੇ ਨੂੰ। ਪਰ ਸਵੇਰੇ ਉੱਠਿਆ, ਜੋ ਵੀ ਥੋੜੀ ਬਹੁਤ ਨੀਂਦ ਆਈ, ਸਵੇਰੇ ਅਰਲੀ ਮਾਰਨਿੰਗ ਅੱਖ ਲੱਗੀ, ਤੇ ਸਵੇਰੇ ਜਦੋਂ ਉੱਠਿਆ ਤੇ ਮੈਨੂੰ ਬਹੁਤ ਆਰਾਮ ਸੀ। ਅਜੇ ਵੀ ਅੱਜ ਦੂਜਾ ਦਿਨ ਹੈਗਾ, ਤੇ ਜੇ ਮੈਂ ਆਪਣੇ ਇਸ ਜਗ੍ਹਾ ਤੇ ਹੱਥ ਲਾਵਾਂ ਤੇ ਸਾਰਾ ਦਰਦ ਕਰਦਾ, ਪਰ ਜੇ ਹੱਥ ਨਾ ਲਾਵਾਂ ਤੇ ਮੇਰੇ ਹੁਣ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਮੈਨੂੰ ਕੋਈ ਦਰਦ ਨਹੀਂ ਹੈਗੀ। ਤੇ ਆਪਾਂ ਵੀ ਹੀਲਿੰਗ, ਜਿਹੜੇ ਪ੍ਰਭੂ ਯਿਸੂ ਮਸੀਹ ਜਿਵੇਂ ਹੀਲਿੰਗ ਦਿੰਦੇ ਸੀ, ਅਸੀਂ ਕੀ ਹੈ ਹੀਲਿੰਗ ਵਾਸਤੇ ਪ੍ਰਾਰਥਨਾ ਕਰ ਸਕਦੇ ਹਾਂ, ਆਪਣੇ ਵਾਸਤੇ ਕਰ ਸਕਦੇ ਹਾਂ। ਜੇ ਜਿਹਨੂੰ ਕਿਸੇ ਨੂੰ ਦੂਸਰੇ ਨੂੰ ਭੈਣ ਭਰਾ ਨੂੰ ਦੇਖਦੇ ਹਾਂ, ਉਹਨਾਂ ਵਾਸਤੇ ਕਰ ਸਕਦੇ ਹਾਂ। ਹੀਲਿੰਗ ਨਹੀਂ ਅਸੀਂ ਕਰ ਸਕਦੇ, ਪਰ ਜੋ ਸਾਡੇ ਹੱਥ 'ਚ ਹੈਗਾ, ਜੋ ਪਰਮੇਸ਼ਵਰ ਨੇ ਪ੍ਰਾਰਥਨਾ ਦਾ ਸਾਨੂੰ ਹਥਿਆਰ ਦਿੱਤਾ ਹੈਗਾ, ਉਹਦਾ ਅਸੀਂ ਇਸਤੇਮਾਲ ਕਰ ਸਕਦੇ ਹਾਂ। ਫਿਰ ਉਹ ਕੀ ਕਰਦੇ ਸੀ? ਆਪਣਾ ਉਹਨਾਂ ਨੂੰ, ਲੋਕ ਦੁਖੀ ਨੂੰ ਵੇਖ ਕੇ ਪ੍ਰਭੂ ਯਿਸੂ ਮਸੀਹ ਕੰਪੈਸ਼ਨ ਹੁੰਦਾ ਸੀ, ਉਹਨਾਂ ਤੇ ਦਇਆ ਆਉਂਦੀ ਸੀ। ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਦੇ ਕੰਪੈਸ਼ਨ ਨੂੰ ਆਪਣੇ ਦਿਲ ਵਿੱਚ ਲੈ ਕੇ
ਜਿਹੜੇ ਲੋਕ ਪਰੇਸ਼ਾਨੀ ਚ ਹੈਗੇ ਨੇ ਉਹਨਾਂ ਨੂੰ ਤਸੱਲੀ ਦੇ ਸਕੀਏ। ਫਿਰ ਉਹ ਕੀ ਕਰਦੇ ਸੀ, ਉਹ ਜਿਹੜੇ ਲੋਕ ਗਲਤੀਆਂ ਕਰਦੇ ਸੀ ਉਹਨਾਂ ਨੂੰ ਸਮਝਾਉਂਦੇ ਸੀ, ਪਰ ਜਿਹੜੇ ਫਰੀਸੀ ਸੀਗੇ, ਜਿਹੜੇ ਸਕ੍ਰਾਈਬ ਸੀਗੇ, ਜਿਹੜੇ ਫੈਰਿਸੀ ਸੀਗੇ, he used to rebuke them। ਕਿਉਂ? ਕਿਉਂਕਿ ਉਹ ਜਾਣ ਬੁੱਝ ਕਰ ਗਲਤੀ ਕਰਦੇ ਸੀ। ਬੜੀ ਜਗ੍ਹਾ ਪਰਮੇਸ਼ਰ ਦੇ ਵਚਨ ਲਿਖਿਆ ਹੈ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਐਸ ਕਰਕੇ ਸਵਾਲ ਨਹੀਂ ਪੁੱਛਦੇ ਸੀ ਕਿ ਉਹ ਉਹਦੇ ਬਾਰੇ ਜਾਣਨਾ ਚਾਹੁੰਦੇ ਸੀ। ਉਹ ਉਹਨਾਂ ਨੂੰ ਇੱਕ ਤਰੀਕੇ ਨਾਲ, ਜਿਵੇਂ ਹੁੰਦਾ ਨਾ, ਉਹਨਾਂ ਤੋਂ ਇੱਕ ਜਿਵੇਂ ਆਪਾਂ ਕਿਵੇਂ ਵਰਡ ਯੂਜ਼ ਕਰਾਂ, ਉਹਨਾਂ ਨੂੰ ਮਤਲਬ ਫਸਾਉਣ ਵਾਸਤੇ ਪੁੱਛਦੇ ਸੀ। ਜਿਵੇਂ ਉਹਨਾਂ ਨੇ ਕਿਹਾ ਵੀ ਕਿਆ ਸਾਡੇ ਵਾਸਤੇ ਟੈਕਸ ਦੇਣਾ ਜ਼ਰੂਰੀ ਹੈਗਾ ਕਿ ਨਹੀਂ ਹੈਗਾ। ਉਹ ਚਾਹੁੰਦੇ ਸੀ ਕਿ ਪ੍ਰਭੂ ਯਿਸੂ ਮਸੀਹ ਕਹਿਣ ਵੀ ਅਸੀਂ ਤਾਂ ਸਾਰੇ ਇਬਰਾਹਿਮ ਦੀ ਔਲਾਦ ਹੈਗੇ ਆ, ਸਭ ਕੁਝ ਸਾਡੇ ਪਿਤਾ ਪਰਮੇਸ਼ਵਰ ਨੇ ਬਣਾਇਆ ਹੈਗਾ, ਤੇ ਅਸੀਂ ਕਾਹਦਾ ਟੈਕਸ ਦੇਣਾ। ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਕਿਹਾ। ਉਹਨਾਂ ਨੇ ਕਿਹਾ ਮੇਰੇ ਕੋਲ ਇੱਕ ਸਿੱਕਾ ਲੈ ਕੇ ਆਓ। ਉਹ ਸਿੱਕੇ ਦੇ ਇੱਕ ਪਾਸੇ ਸੀਜ਼ਰ ਦੀ, ਕੈਸਰ ਦੀ ਫੋਟੋ ਸੀਗੀ। ਉਹ ਕਹਿੰਦਾ ਜੋ ਕੈਸਰ ਵਾਸਤੇ ਦੇਣਾ ਜ਼ਰੂਰੀ ਉਹ ਕੈਸਰ ਨੂੰ ਦਿਓ, ਜੋ ਰੱਬ ਵਾਸਤੇ ਦੇਣਾ ਜ਼ਰੂਰੀ ਉਹ ਰੱਬ ਨੂੰ ਦਿਓ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਹੋਰ ਵੀ ਇਹਦੀ ਬਹੁਤ ਸਾਰੀ ਗੱਲਾਂ ਨੇ, ਪਰ ਜਿਵੇਂ ਤੁਸੀਂ ਆਪਣੇ ਸਮੇਂ ਦਾ ਆਪਣਾ ਰੱਖਿਆ ਹੋਇਆ ਹਾਫੇ ਦਾ 35 ਮਿੰਟ ਦਾ ਪ੍ਰੋਗਰਾਮ ਕਰਨੇ ਆ, ਤੇ ਅੱਜ ਆਰਾਧਨਾ ਆਪਾਂ ਕਰਨੀ ਹੈਗੀ ਹੈ, ਤੇ ਮੈਂ ਇੱਕੋ ਗੱਲ ਕਹਾਂਗਾ ਕਿ ਅਸੀਂ ਬਾਈਬਲ ਪੜ੍ਹੀਏ, ਵਚਨ ਪੜ੍ਹੀਏ। ਵਚਨ ਸਾਨੂੰ ਜੀਵਨ ਦੇਗਾ। ਅਸੀਂ ਵਚਨ ਜੋ ਸਿੱਖੀਏ ਕਿ ਪ੍ਰਭੂ ਯਿਸੂ ਮਸੀਹ ਦਾ ਜੀਵਨ ਕਿਸ ਤਰ੍ਹਾਂ ਦਾ ਸੀਗਾ। ਜੇ ਉਹਨਾਂ ਨੇ ਕਿਹਾ ਫੋਲੋ ਮੀ, ਕਿ ਜੇ ਮੇਰੇ ਮਗਰ ਚੱਲੋਗੇ ਤੁਸੀਂ ਰੋਸ਼ਨੀ ਚੱਲੋਗੇ, ਤੇ ਅਸੀਂ ਆਪਣੇ ਜੀਵਨ ਨੂੰ ਉਹਨਾਂ ਦੇ ਜੀਵਨ ਦੇ ਕੀ ਕਹਿੰਦੇ ਨੇ ਮਤਲਬ ਐਗਜ਼ਾਮਪਲ ਬਣਾ ਕੇ ਆਪਣਾ ਜੀਵਨ ਜੀਏ। ਸਾਰਿਆਂ ਨੂੰ ਅੱਜ ਦੇ ਪ੍ਰਚਾਰ ਤੋਂ ਮੇਰਾ ਵਿਸ਼ਵਾਸ ਹੈ ਆਪਣਾ ਇੱਕ ਐਨਕਰੇਜਮੈਂਟ ਮਿਲੀ ਹੋਏਗੀ, ਇੱਕ ਰਸਤਾ ਮਿਲਿਆ ਹੋਏਗਾ। ਜੈ ਮਸੀਹ ਦੀ। ਗॉड ਬlesਸ ਯੂ। ਵਚਨ ਦੇ ਲਈ ਆਪਾਂ ਆਰਾਧਨਾ ਚਾਹਾਂਗੇ। परमेश्वर अपना रास्ता दिखाए, जो अपन वचन मिला है यही परमेश्वर का रास्ता है।
ਦੇ ਚੱਲਣ ਲਈ ਪਰਮੇਸ਼ਵਰ ਸਾਡੀ ਮਦਦ ਕਰੇ। ਜੋ ਵਚਨ ਆਇਆ ਆਪਾਂ ਵਿਸ਼ਵਾਸ ਦੇ ਨਾਲ ਵਚਨ ਲੈ ਕੇ ਇਸ ਟਾਈਮ ਤੇ ਪਰਮੇਸ਼ਵਰ ਦੇ ਕੋਲ ਆਏ ਹਾਂ ਕਿ ਪਰਮੇਸ਼ਵਰ ਸਾਨੂੰ ਰਸਤਾ ਦਿਖਾ ਕਿ ਇਸ ਰਸਤੇ ਤੇ ਅਸੀਂ ਚੱਲੀਏ। ਜੋ ਵਚਨ ਤੋਂ ਭੇਜਿਆ ਹੈ, ਇਸਨੂੰ ਅੱਖਾਂ ਖੋਲ, ਸਪਿਰਿਚੁਅਲ ਅੱਖਾਂ ਖੋਲ, ਤਾਂ ਕਿ ਸਾਨੂੰ ਦਿਖਾਈ ਦੇਵੇ ਔਰ ਅਸੀਂ ਜੋ ਤੁਸੀਂ ਚਾਹੁੰਦੇ ਹੋ ਅਸੀਂ ਉਸਨੂੰ ਕਰ ਸਕੀਏ। यहोवा तू अपना मार्ग दिखा, यहोवा मुझको तू अपने साथ चला, यहोवा तू उद्धार वाला परमेश्वर, यहोवा मुझको तू अपने साथ चला, यहोवा यहोवा यहोवा। यहोवा अपनी दया और करुणा का स्मरण कर, मेरे पापों और अपराधों को कभी ना स्मरण कर। मेरे दुख और कष्ट पर तू अपनी ही दृष्टि करना, मेरे पापों को भी हर पल हर समय तू दूर ही रखना, यहोवा 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 तू अपना मार्ग दिखा, यहोवा मुझको तू अपने साथ चला, यहोवा तू उद्धार वाला परमेश्वर, यहोवा अपनी ही बाट में मुझको बहा, यहोवा यहोवा। मुझे दुश्मनों से छुड़ा ले और प्राणों की रक्षा कर, मुझे दुश्मनों से छुड़ा ले और प्राणों की रक्षा कर, मुझे लज्जित ना होने दे, मैं हूँ तेरे ही शरणागत। खराई और सिधाई मुझे सुरक्षित सदा ही रखना, मेरी आशा बस तू अपने पर ही अब रखना, यहोवा 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 तू अपना मार्ग दिखा, यहोवा मुझको तू अपने साथ चला, यहोवा तू उद्धार वाला परमेश्वर, यहोवा अपनी ही बाट में मुझको बहा, यहोवा 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 यहोवा। थैंक यू फादर। प्रभु यीशु मसीह नाम ਦੇ ਨਾਮ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੇ ਨਾਮ ਦੀ ਆਰਾਧਨਾ ਕਰਦੇ, ਤੁਹਾਡੇ ਨਾਮ ਦੀ ਸਤੁਤੀ ਕਰਦੇ ਹਾਂ ਖੁਦਾਵੰਦ। ਤੁਹਾਡੇ ਵਚਨ ਦੇ ਲਈ ਜੋ ਅਨੁਗ੍ਰਹ ਦਾ ਵਚਨ ਸਾਡੇ ਕੋਲ ਆਇਆ ਪਿਤਾ ਪਰਮੇਸ਼ਵਰ, ਸਾਡੀ ਮਦਦ ਕਰਨਾ ਜੇ ਜ਼ਿੰਦਗੀ 'ਚ ਕਿਤੇ ਵੀ ਡਾਰਕਨੈਸ ਹੈ, ਕਿਤੇ ਵੀ ਅੰਧਕਾਰ ਹੈ ਸਾਡੀਆਂ ਜ਼ਿੰਦਗੀਆਂ 'ਚ, हे पिता परमेश्वर तुसी रोशनी हो प्रभु यीशु मसीह जी, अपने वचन की रोशनी विच सानू रोशन करो और उस अंधकार नू तुसी ही खत्म कर सकते हो, क्योंकि समर्थ भी तुहाडा, करुणा भी तुहाडी है। हर तरह के अंधकार नू
ਸਾਡੀਆਂ ਜ਼ਿੰਦਗੀਆਂ ਚੋਂ ਖਤਮ ਕਰੋ, ਕਿਉਂਕਿ ਅਸੀਂ ਜੋਤੀ ਦੀ ਸੰਤਾਨ ਹਾਂ ਖੁਦਾਵੰਦ, ਔਰ ਜੋਤੀ ਵਿੱਚ ਚੱਲਦੇ ਹੋਏ, ਤੁਹਾਡੇ ਮਾਰਗ ਤੇ ਚੱਲਦੇ ਹੋਏ, ਤੁਹਾਡੇ ਮਗਰ ਚੱਲਦੇ ਹੋਏ ਪਿਤਾ ਪਰਮੇਸ਼ਵਰ ਤੱਕ ਸਾਡੀ ਪਹੁੰਚ ਹੋਏ। ਜਿਨ੍ਹਾਂ ਕੋਲੇ ਵਚਨ ਅੱਜ ਪਹਿਲੀ ਵਾਰੀ ਆਇਆ, ਜਿਹੜੇ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਨਹੀਂ ਜਾਣਦੇ, ਉਹਨਾਂ ਲਈ ਇਹੀ ਦੁਆ ਪ੍ਰਾਰਥਨਾ ਕਰਦੇ ਹੈ, ਪਿਤਾ ਪਰਮੇਸ਼ਵਰ ਸਾਰੇ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਆਪਣੇ ਪ੍ਰਭੂ ਔਰ ਮੁਕਤੀਦਾਤਾ ਕਰਕੇ ਜਾਣ ਲੈਣ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਜੀ ਹੀ ਸਾਡੇ ਪਾਪਾਂ ਦੇ ਪ੍ਰਾਇਸ਼ਚਿਤ ਹੈ। ਉਹਨਾਂ ਨੇ ਕ੍ਰਾਸ ਤੇ ਸਾਡੇ ਜੋ ਪਾਪ ਲਏ ਆਪਣੇ ਆਪ ਤੇ ਉਹਨਾਂ ਦੇ ਉੱਤੇ ਵਿਸ਼ਵਾਸ ਕਰਨ ਨਾਲ ਹੀ ਸਾਨੂੰ ਪਾਪਾਂ ਤੋਂ ਮੁਕਤੀ ਮਿਲਦੀ ਹੈ, ਔਰ ਸਾਡਾ ਉद्धार ਹੁੰਦਾ। ਖੁਦਾਵੰਦ ਦੇ ਉद्धार ਦਾ ਵਚਨ, ਜੋ ਮੁਕਤੀ ਦਾ ਵਚਨ, ਜੋ ਨਜਾਤ ਦਾ ਵਚਨ ਹੈਗਾ, ਸਾਰੇ ਗ੍ਰਹਿਣ ਕਰਨ ਦੇ ਯੋਗ ਹੁਣ ਖੁਦਾਵੰਦ ਕਿ ਜਦੋਂ ਜੋਤੀ ਸਭ ਦੇ ਕੋਲ ਗਈ ਹੈ, ਖੁਦਾਵੰਦ ਉਹਨਾਂ ਦੇ ਦਿਲਾਂ ਨੂੰ ਖੋਲਣਾ ਤਾਂ ਕਿ ਅੰਧਕਾਰ 'ਚ ਜੋਤੀ ਚਮਕੇ, ਭੋਰ ਦਾ ਤਾਰਾ ਚਮਕੇ, ਔਰ ਸਾਰੇ ਪਾਪ ਦੇ ਕਾਰਨ ਪਰਮੇਸ਼ਵਰ ਵੱਲੋਂ ਆਏ ਹੋਏ ਕ੍ਰੋਧ ਤੋਂ ਬਚਾਏ ਜਾਣ, ਔਰ ਅਨੰਤ ਮੌਤ ਤੋਂ ਅਨੰਤ ਜੀਵਨ ਦੇ ਵਿੱਚ ਬਾਕੀ ਹੋ ਜਾਣ। ਸਾਰਿਆਂ ਦੇ ਨਾਲ ਤੁਹਾਡਾ ਅਨੁਗ੍ਰਹ ਬਣਿਆ ਰਹੇ ਪਿਤਾ ਪਰਮੇਸ਼ਵਰ, ਸਭ ਦੇ ਲਈ ਇਹੀ ਦੁਆ ਪ੍ਰਾਰਥਨਾ ਕਰਦੇ ਹਾਂ। ਥੈਂਕ ਯੂ ਫਾਦਰ, ਇਨ ਜੀਸਸ